श्री वाहिगुरु जी। हे प्राण नाथ गोबिंदे, कृपा निधान जगत गुरु। हे संसार ताप हरने, करुणा मैं सब दुख हरो। हे शरण जोग दयाले, दीना नाथ मया करो। शरीर स्वस्थ खीन समय, सिमरंत नानक राम दामोदर। त्यो नानक दास बोले, सतनाम श्री वाहिगुरु जी। पाताला पाताल लख, पाताल लख, आगासां आगास। ओढ़क ओढ़क पाल थके, वेद कहना एक बात। होए ता लिखिया, लेख होए विनाश। नानक वड्डा आखिया, आपे जाने आप। लिखा हुआ खालसा, वाहिगुरु जी की फतेह। परम सम्मानयोग जुगो जुग अटल तखत चवर छत्र दे मालिक सतगुरु श्री गुरु ग्रंथ साहिब महाराज पातशाह जी की पावन पवित्र हजूरी के अंदर सोदर तो उपरंत सजे रोजाना ही यत्न करते हो। गुरु नानक देव महाराज जी की कृपा दे नाल जपजी साहिब जी दियां 21 पौड़ियां तक विचार जिहड़ी है सरवण कीता है। नानक देव सच्चे पातशाह महाराज जी कृपा करन विच वर्तन, गुरमत विचार साडे हिरदे विच वस सके। आप संगत बख्शो आसीस, बिरतियां एकाग्र करो जी। धन गुरु नानक देव सच्चे पातशाह महाराज जी नूं सिद्ध जिवें सवाल करते हैं कि सच्चे पातशाह महाराज अंध घोर असंख चोर हराम खोर ते महाराज ये जीव जिहड़े कर्मां दे बचे हुए मन दे विच कर्मां दी मैल लगा करके इस जहान दे विच ने ते महाराज पार उतारा किवें होवे। सतगुरु महाराज जी ने फिर उदाहरण उत्थे मत पापा के संग ओ धुपै नावे के रंग। महाराज ढंग दसदे आ। सतगुरु महाराज मन जिहड़ा है वो मैल दे नाल भरिया है।
ਤੇ ਮਹਾਰਾਜ ਕਹਿੰਦੇ ਇਹ ਮੈਲ ਜਿਹੜੀ ਹੈ ਇਹ ਨਿਕਲ ਕਿਵੇਂ ਸਕਦੀ। ਮਹਾਰਾਜ ਕਹਿੰਦੇ ਨੇ ਕਿ ਉਹ ਧੁੱਪ ਹੈ ਨਾਵੇਂ ਕੇ ਰੰਗ, ਨਾਮ ਦੇ ਰੰਗ ਤੋਂ ਭਾਵ ਇੱਥੇ ਪ੍ਰੇਮ ਹੈ। ਕਿ ਹੋਰ ਵੀ ਕੀਤੀ ਮਹਾਰਾਜ ਜੀ ਆਖਦੇ ਨੇ, ਮਹਾਰਾਜ ਕਹਿੰਦੇ ਨੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਮਹਾਰਾਜ ਕਹਿੰਦੇ ਨੇ ਇੱਕ ਪਿੰਗਲਾ ਇਨਸਾਨ ਮਨ ਕਰਕੇ ਪਿੰਗਲਾ ਨਿਆਣਾ ਬਣ ਜਾਂਦਾ ਹੈ, ਉਹਨੂੰ ਸੋਝੀ ਮਿਲ ਜਾਂਦੀ ਹੈ। ਅੰਦਲੇ ਤੇ ਭਵਨ ਸੁਝਿਆ ਗੁਰ ਭੇਟ ਪੁਨੀਤਾ। ਜਿਹਨੂੰ ਪਹਿਲੋਂ ਆਪਣੇ ਕਰਮ ਵੀ ਚੰਗੀ ਤਰ੍ਹਾਂ ਨਹੀਂ ਸੀ ਦਿਸਦੇ ਪਏ, ਪਰਮਾਤਮਾ ਨੇ ਐਸੀ ਕਿਰਪਾ ਕੀਤੀ ਕਿ ਤਿੰਨਾਂ ਭਵਨਾਂ ਤੇ ਜਿਨਨੇ ਗੁਰਮੁਖ ਪਿਆਰਿਆਂ ਦੀ ਸੰਗਤ ਕੀਤੀ। ਹੁਣ ਮੈਲ ਲੱਥਣੀ ਕਿਵੇਂ? ਇੱਕ ਤਾਂ ਮਹਾਰਾਜ ਨੇ ਕਿਹਾ ਕਿ ਨਾਵੇਂ ਕੇ ਰੰਗ। ਇੱਥੇ ਮਹਾਰਾਜ ਕਹਿੰਦੇ ਨੇ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਇਹਨੂੰ ਮਹਾਰਾਜ ਕਹਿੰਦੇ ਨੇ ਸੰਗਤ ਕਰਨ ਦੇ ਨਾਲ ਵੀ ਜਿਹੜੀ ਹੈ ਉਹ ਮੈਲ ਵਿਕਾਰਾਂ ਦੀ ਲੱਥ ਜਾਂਦੀ ਆ। ਇਹ ਵੀ ਮਨ ਦੀ ਮੈਲ ਨੂੰ ਦੂਰ ਕਰਦੇ ਪਏ ਨੇ। ਤਰੀਕਾ ਸੀ ਕਿ ਨਾਮ ਜਪਣਾ, ਉਹ ਧੁੱਪ ਹੈ ਨਾਵੇਂ ਕੇ ਰੰਗ। ਦੂਸਰਾ ਸੀ ਸੰਗਤ ਕਰਨੀ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਕੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਤੀਸਰਾ ਤਰੀਕਾ ਕੀ ਹੈ? ਸਤਿਗੁਰੂ ਮਹਾਰਾਜ ਇਸ ਤੋਂ ਬਾਅਦ ਵਿੱਚ ਮਹਾਰਾਜ ਅੱਗੇ ਚੱਲੇ ਨੇ ਫਿਰ ਇਹ ਵੀ ਦੱਸਿਆ ਕਿ ਤੀਰਥਾਂ ਤੇ ਜਾ ਕੇ ਹੰਕਾਰ ਕਰਕੇ ਦਾਨ ਕੀਤਾ, ਦਇਆ ਕੀਤੀ, ਪਰ ਮਹਾਰਾਜ ਕਹਿੰਦੇ ਇਹਦਾ ਬਹੁਤਾ ਲਾਭ ਕੋਈ ਨਹੀਂ ਹੋਇਆ। ਮਹਾਰਾਜ ਕਹਿੰਦੇ ਨੇ ਬਸ ਤਿਲ ਜਿੰਨਾ ਉਹਦਾ ਮਾਨ ਪ੍ਰਾਪਤ ਹੋਇਆ। ਪਰ ਜੇਕਰ ਤੂੰ ਸੱਚਮੁੱਚ ਅੰਦਰ ਜਾ ਕੇ ਤੀਰਥਾਂ ਤੇ ਗਿਆ ਵੀ ਉਹ ਲੱਥਣ ਦੀ ਥਾਂ ਤੇ ਹੋਰ ਲੱਗੀ, ਪਰ ਮਹਾਰਾਜ ਕਹਿੰਦੇ ਹਿਰਦੇ ਅੰਦਰ ਤੀਰਥ ਹੈ ਸਭ ਦੇ ਕੋਲ, ਉੱਤਮ ਦੇ ਕੋਲ ਵੀ ਹੈ, ਨੀਚ ਦੇ ਕੋਲ ਵੀ ਹੈ। ਤੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਆਖਦੇ ਨੇ ਪਰ ਇਹ ਪ੍ਰਗਟ ਉਦੋਂ ਹੁੰਦਾ ਹੈ ਪਹਿਲੋਂ ਜਿਵੇਂ ਨਲਕਾ ਕਰਦੇ ਤੇ ਸਮੁੱਚੀ ਧਰਤੀ ਦੇ ਥੱਲੇ ਪਾਣੀ ਹੈ, ਪਰ ਉਹਦੇ ਵਾਸਤੇ ਯਤਨ ਕਰਨਾ ਪੈਂਦਾ ਹੈ। ਬਿਨਾਂ ਯਤਨ ਤੋਂ ਪਾਣੀ ਜਿਹੜਾ ਹੈ ਉਹ ਧਰਤੀ ਵਿੱਚੋਂ ਕੱਢਿਆ ਨਹੀਂ ਜਾ ਸਕਦਾ। ਉਹਦੇ ਵਾਸਤੇ ਬੋਰ ਕਰੋ, ਮਸ਼ੀਨਰੀ ਡਾਲੋ, ਉਹਦੇ ਵਿੱਚ ਨਲਕਾ ਲਾਓ, ਮੋਟਰ ਲਾਓ, ਕੁਝ ਵੀ ਕਰੋ, ਕਿਸੇ ਤਰੀਕੇ ਦਾ ਵੀ ਯਤਨ ਕਰੋ ਤੇ ਯਤਨ ਪਾਣੀ ਹੈ। ਮਹਾਰਾਜ ਕਹਿੰਦੇ ਸਭ ਮੈਂ ਜੋਤ, ਸਭ ਤੋਂ ਭਾਵ ਹੈ ਕਿ ਭਾਵੇਂ ਉੱਤਮ ਹੈ, ਭਾਵੇਂ ਨੀਚ ਹੈ, ਅਮੀਰ ਹੈ, ਗਰੀਬ ਹੈ, ਭਾਵੇਂ ਉਹ ਨੇ ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਅਸੰਖ ਗਲਵਟ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਏ। ਮਹਾਰਾਜ ਕਹਿੰਦੇ ਜੋਤ ਸਭਨਾ ਅੰਦਰ ਹੈ। ਗੁਰੂ ਦੀ ਉਦਾਹਰਨ ਲੈ ਲਈ ਤੇ ਇੱਕ ਵੱਡੇ ਸਾਰੇ ਜੀਵ ਦੀ ਉਦਾਹਰਨ ਲੈ ਲਈ, ਹਾਥੀ ਦੀ ਤੇ ਕੀੜੀ ਦੀ। ਮਹਾਰਾਜ ਕਹਿੰਦੇ ਹਸਤੀ ਕੀਟੀ ਤਿਰਲੋ ਆਦਮ ਏਕ ਅਖੰਡਸ ਮਸੀ ਅਨਾਦਨ। ਅਨਾਦਨ ਤੋਂ ਭਾਵ ਹੈ ਅਨਾਦੀ ਜਿਹੜਾ ਪ੍ਰਮਾਤਮਾ ਹੈ। ਜਿਵੇਂ ਉਹਨੇ ਸ਼ੁਰੂ ਕਰ ਲਿਆ ਹੈ ਤੇ ਉਹਨੂੰ ਭੋਗ ਤੱਕ ਲਗਾਤਾਰ ਪੜਦੇ ਪਏ, ਉਹਨੂੰ ਆਖਦੇ ਆ ਅਖੰਡ। ਅਖੰਡ ਪਾਠ ਜਿਹੜਾ ਰੁਕਣਾ ਨਹੀਂ, ਲਗਾਤਾਰ ਚੱਲਦਾ ਪਿਆ ਹੈ। ਇਹ ਉਦਾਹਰਨ ਦੇ ਤੌਰ ਤੇ ਆਖ ਰਿਹਾ, ਕਹਿੰਦੇ ਉਹ ਇੱਕ ਦੇ ਵਿੱਚ ਉਦੋਂ ਤੋਂ ਵਰਤਦਾ ਪਿਆ ਤੇ ਅਜੇ ਤੱਕ ਹੈ। ਸਭ ਮੈਂ ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਹੁਣ ਜੋਤ ਸੀ ਪਰ ਗੁਰੂ ਦੇ ਰਾਹੀਂ ਇਹ ਜੋਤ ਪ੍ਰਗਟ ਹੋਈ। ਸੇ ਰੁਤੀ ਮਾਹੁ ਕਮਨ ਜਿਤ ਹੋਆ ਆਕਾਰ। ਆਕਾਰ ਤੋਂ ਭਾਵ ਅਸੀਂ ਸਮਝ ਗਏ ਹੁਕਮੀ ਹੋਵਨ ਆਕਾਰ। ਮਹਾਰਾਜ ਕਹਿੰਦੇ ਉਹ ਵੇਲਾ ਵਕਤ ਥਿਤ ਵਾਰ। ਹੁਣ ਜਿਹੜੀ ਥਿਤ ਹੈ ਨਾ ਜੀ, ਥਿਤ ਸਤਿਗੁਰ ਮਹਾਰਾਜ ਕਹਿੰਦੇ ਨੇ ਪਾਤਾਲ ਲੱਖ ਆਗਾਸਾਂ ਆਗਾਸ। ਇੱਕ ਸ਼ਬਦ ਵਰਤਿਆ ਜਾਂਦਾ ਹੈ ਜੀ ਜਦੋਂ ਪੜਾਇਆ ਜਾਂਦਾ ਹੈ ਸੰਪਰਦਾਵਾਂ ਦੇ ਵਿੱਚ, ਤੇ ਦੇਹਲੀ ਦੀਪਕ ਸੁਣਿਆ ਹੋਵੇਗਾ ਤੁਸੀਂ। ਦੀਪਕ ਨੇ ਉਹ ਸ਼ਬਦ, ਉਹ ਦੋਨਾਂ ਪਾਸੇ ਜੁੜਦੇ ਨੇ। ਜਿਵੇਂ ਇਹ ਅਸੀਂ ਪੜਿਆ ਕਿ ਲੱਖ ਆਗਾਸਾਂ ਆਗਾਸ, ਉਹਨੇ ਲੱਖ ਸ਼ਬਦ ਹੈ, ਇਹ ਆਗਾਸਾਂ ਆਗਾਸ ਨਾਲ ਵੀ ਲਾ ਕੇ ਪੜ ਸਕਦੇ ਆ, ਪਰ ਇਵੇਂ ਵੀ ਪੜ ਸਕਦੇ ਪਾਤਾਲਾਂ ਪਤਾਲ ਲੱਖ ਆਗਾਸਾਂ।
ਲੱਖ ਸ਼ਬਦ ਜਿਹੜਾ ਵੇਦ ਆਖਦੇ ਪਏ ਨੇ। ਗੱਲ ਨੂੰ ਸਮਝਿਓ। ਓੜਕ ਤੋਂ ਭਾਵ ਹੈ ਕਿ ਉਹ ਆਖ ਕੇ ਥੱਕ ਗਏ, ਜਾਂ ਉਹ ਬਾਰ-ਬਾਰ ਆਖਦੇ ਪਏ ਨੇ। ਭਾਵ ਥਕੇ ਉਹ ਉਰਲਾ ਨਹੀਂ ਪਾਰਲਾ ਬੰਨਾ ਲੱਭਦੇ ਪਏ ਸੀ, ਉਹ ਅਖੀਰ ਤਾਂ ਲੱਭਦੇ ਪਏ ਸੀ। ਸਾਨੂੰ ਇਹ ਧਰਤੀ ਇੱਕ ਕਿਤਾਬ ਹੈ, ਇਹ ਬ੍ਰਹਿਮੰਡ ਇੱਕ ਕਿਤਾਬ ਕਿ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੋਈ ਹੈ। ਨਾ ਇਹਦੇ ਆਦ ਵਾਲੇ ਪੰਨੇ ਕਿਸੇ ਨੂੰ ਪਤਾ ਹੈ ਤੇ ਨਾ ਇਹਦੇ ਅੰਤ ਵਾਲੇ ਪੰਨੇ ਕਿਸੇ ਨੂੰ ਪਤਾ ਹੈ। ਆਦ ਇਹ ਜ਼ਰੂਰ ਹੈ ਕਿ ਜਦੋਂ ਧਰਤੀ ਬਣ ਚੁੱਕੀ ਆ, ਮਹਾਰਾਜ ਉਹਦਾ ਜ਼ਿਕਰ ਜ਼ਰੂਰ ਕੀਤਾ ਕਿ ਅਰਬਦ ਨਰਬਦ ਧੁੰਦੂ ਕਾਰਾ, ਉਦੋਂ ਜਿਵੇਂ ਬਣਾਇਆ, ਜਿਵੇਂ ਉਹਨੇ ਸਾਜ ਦਿੱਤੀ। ਅੱਗੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਆਖਦੇ ਨੇ, ਪਾਤਾਲ ਲੱਖ ਆਗਾਸਾਂ ਆਗਾਸ। ਪਾਤਾਲਾਂ ਤੋਂ ਭਾਵ ਹੈ ਕਿ ਇਹ ਧਰਤੀ ਜਿਹੜੀ ਹੈ ਇਹਦੇ ਤੋਂ ਥਲੜਾ ਹਿੱਸਾ ਹੈ। ਇਹ ਦੋਨਾਂ ਦੇ ਜ਼ਿਕਰ ਕੀਤਾ ਹੈ, ਇੱਕ ਤਾਂ ਹਿੰਦੂ ਮਤਾਂ ਦਾ, ਦੂਸਰਾ ਮਹਾਰਾਜ ਜੀ ਨੇ ਇਸਲਾਮਿਕ ਮਤਾਂ ਦਾ। ਉਹਦੇ ਵਿੱਚ ਯਹੂਦੀ ਨੇ, ਪਾਰਸੀ ਨੇ, ਈਸਾਈ ਨੇ ਤੇ ਇਸਲਾਮ ਹੈ। ਚਾਰੇ ਅੰਜੀਰ, ਤੰਬੂਰ, ਤੁਰੇਤ, ਇਹ ਚਾਰੇ ਗ੍ਰੰਥ ਜਿਹੜੇ ਨੇ, ਕੁਰਾਨ ਇਤਿਹਾਸਿਕ। ਹੁਣ ਸਤਿਗੁਰੂ ਮਹਾਰਾਜ ਕਹਿੰਦੇ, ਮੈਂ ਨਹੀਂ ਆਖਦਾ ਪਿਆ, ਕਹਿਣਾ ਕਤੇਬਾਂ ਆਖਦੀਆਂ ਪਈਆਂ ਨੇ। ਕਤੇਬਾਂ ਤੋਂ ਭਾਵ ਸੀ ਕਿ ਜਿੰਨੇ ਮਿਡਲ ਈਸਟ ਦੇ ਧਰਮ ਆ ਨਾ, ਈਸਾਈ ਧਰਮ ਹੈ, ਈਸਾਈ ਹੈ, ਇਸਲਾਮ ਹੈ, ਯਹੂਦੀ ਹੈ, ਪਾਰਸੀ ਹੈ, ਇਹ ਚਾਰੇ ਧਰਮ ਜਿਹੜੇ ਨੇ ਇਹ ਮਿਡਲ ਈਸਟ ਦੇ ਨੇ, ਪੱਛਮ ਦੇ ਧਰਮ ਨੇ। ਜਿਹੜੇ ਏਸ਼ੀਆਈ ਧਰਮ ਸਨ ਉਹਨਾਂ 'ਚ ਜੈਨ ਸੀ। ਕਤੇਬਾਂ ਦੇ ਵਾਲੇ ਧਰਮ ਨੇ, ਜਿਨ੍ਹਾਂ ਵਿੱਚ ਈਸਾਈ ਹੋਇਆ, ਜਿਨ੍ਹਾਂ ਵਿੱਚ ਪਾਰਸੀ ਹਨ, ਯਹੂਦੀ ਹਨ, ਇਸਲਾਮ ਵਾਲੇ ਹਨ। ਉਹ ਇਹ ਗੱਲ ਆਖਦੇ ਪਏ ਨੇ, ਸਹਿਸ 18, ਉਹ ਆਂਦੇ ਨੇ 18,000 ਤਬਕ ਨੇ। ਕਹਿਣ ਕਤੇਬਾਂ ਅਸਲੂ ਇੱਕ ਤਾਬ। ਬਗਦਾਦ ਦੀ ਜਿਹੜੀ ਕੰਧ ਹੈ ਉਹਦੇ ਅੰਦਰਲੇ ਪਾਸੇ ਨੇ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਫਿਰ ਬਾਬਾ ਗਿਆ ਮਹਾਰਾਜ ਜੀ ਦੀ ਬਗਦਾਦ ਫੇਰੀ ਦਾ ਜ਼ਿਕਰ ਜਿਹੜਾ ਹੈ ਉਹ ਭਾਈ ਗੁਰਦਾਸ ਸਾਹਿਬ ਜੀ ਕਰਦੇ ਨੇ। ਤੇ ਮਹਾਰਾਜ ਇਹ ਗੱਲ ਆਖਦੇ ਪਏ ਨੇ ਕਿ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਜਾ ਕੇ ਬਾਂਗ ਦਿੱਤੀ, ਭਾਵ ਕਿ ਉੱਥੇ ਸਤ ਕਰਤਾਰ ਦਾ ਨਾਰਾ ਦਿੱਤਾ, ਉੱਥੇ ਸਤਨਾਮ ਗੁਰਬਰ ਅਕਾਲ ਮਹਿਮਾ ਅਪਾਰ ਦੀ ਗੱਲ ਹੁੰਦੀ, ਆਪਣੀ ਜਿਹੜੀ ਵਾਈਬ੍ਰੇਸ਼ਨ ਪ੍ਰਭਾਵਿਤ ਜ਼ਰੂਰ ਕਰਦੀ ਆ। ਜਿਵੇਂ ਚਲੋ ਫੋਟੋਆਂ ਸਾਡਾ ਧਰਮ ਨਹੀਂ ਆ, ਕਿਉਂਕਿ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੂਰਤੀਆਂ ਤੋਂ ਸਾਨੂੰ ਰੋਕਿਆ ਨਾ ਕਿ ਸਿੱਖ ਨੇ ਮੂਰਤੀ ਪੂਜਾ ਨਹੀਂ ਕਰਨੀ, ਉੱਥੇ ਮਹਾਰਾਜ ਨੇ ਫੋਟੋਆਂ ਤੋਂ ਵੀ ਦੇਖੋ ਸਾਨੂੰ ਰੋਕਿਆ ਹੈ। ਮੂਰਤੀ ਜਿਹੜੀ ਹੁੰਦੀ ਹੈ ਉਹ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਦਾਅਵੇ ਕੀਤੇ ਜਾ ਰਹੇ ਨੇ ਧਰਮਾਂ ਦੇ ਵੱਲੋਂ ਕਿ ਉਹ 18 ਪੁਰਾਣ 18,000 ਆਖਦਾ ਪਿਆ ਇੱਕ ਤੇ ਜਿਹੜੇ ਹਿੰਦੂ ਧਰਮ ਗ੍ਰੰਥ ਨੇ ਉਹ ਕਹਿੰਦੇ ਨੇ ਲੱਖ ਕਾਲ ਹਨ, ਲੱਖ ਅਗਾਸ ਨੇ। ਗੁਰੂ ਨਾਨਕ ਦੇਵ ਮਹਾਰਾਜ ਬਗਦਾਦ ਗਏ, ਸਤਿਗੁਰੂ ਮਹਾਰਾਜ ਨੇ ਉੱਥੇ ਭਾਈ ਮਰਦਾਨੇ ਨੂੰ ਕਿਹਾ ਕਿ ਕੀਰਤਨ, ਉੱਥੇ ਫਿਰ ਇਸ ਪੌੜੀ ਦਾ ਕੀਰਤਨ ਕੀਤਾ ਗਿਆ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਹੱਸ ਜਿਹੜੀ ਥਾਵਾਂ ਤੇ ਵੀ ਦੇ ਕਾਰਜ ਕੀਤੇ। ਜੇ ਜਨੇਊ ਦਾ ਇਨਕਾਰ ਮਹਾਰਾਜ ਨੇ ਕਰਨਾ ਹੁੰਦਾ ਤੇ ਆਪਣੇ ਪਿਤਾ ਜੀ ਨੂੰ ਕਹਿ ਸਕਦੇ ਮੈਂ ਨਹੀਂ ਜੀ ਪਾਉਣਾ, ਪਰ ਉੱਥੇ ਜਿਹੜੇ ਸੈਂਕੜੇ ਲੋਕ ਇਕੱਠੇ ਹੋਏ, ਬਰਾਦਰੀ ਇਕੱਠੀ ਹੋਈ, ਇਹ ਇਹੀ ਕਾਰਨ ਸੀ ਕਿ ਗੁਰਮਤਿ ਦੀ ਗੱਲ ਕਰਨ ਵਾਸਤੇ ਲੋਕ ਚਾਹੀਦੇ ਨੇ, ਇਕੱਠ ਚਾਹੀਦਾ। ਤੇ ਜਿਹੜੇ ਨੇ ਉਹ ਤਬਕ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨਹੀਂ, ਅਸਲ ਦੇ ਵਿੱਚ ਜੋ ਮੁਹੰਮਦ ਸਾਹਿਬ ਨੇ ਆਖਿਆ ਉਹ ਵੀ ਠੀਕ ਹੈ। ਦੇਖੋ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਕਿ ਮਹਾਰਾਜ ਦੂਜੇ ਦਾ ਵੀ ਖੰਡਨ ਨਹੀਂ ਕਰਦੇ ਪਏ। ਮਹਾਰਾਜ ਕਹਿੰਦੇ ਜੋ ਤੁਹਾਡੇ ਧਰਮਾਂ ਨੇ ਆਖਿਆ ਉਹ ਵੀ ਸੱਚ ਹੈ, ਪਰ ਜੋ ਅਸੀਂ ਆਖਦੇ ਪਏ ਹਾਂ ਹੈ ਸੱਚ, ਇਹ ਵੀ ਸੱਚ ਹੈ। ਮਹਾਰਾਜ ਉਹ ਅੱਜ ਦੀ ਸਾਡੀ ਦ੍ਰਿਸ਼ਟੀ ਹੁੰਦੀ ਹੈ ਨਾ, ਨਿਗਾਹ ਹੁੰਦੀ ਹੈ, ਇਹ ਜਿੱਥੋਂ ਤੱਕ ਦੇਖ ਸਕਦੀ ਆ, ਅਸੀਂ ਉੱਥੋਂ ਹੀ ਤੱਕ ਦੱਸ ਸਕਦੇ ਹਾਂ ਕਿ ਫਲਾਨੀ ਚੀਜ਼ ਹੈ ਜੀ, ਉੱਥੋਂ ਤੱਕ ਸਾਨੂੰ ਦਿਸਦਾ ਪਿਆ ਹੈ। ਜਿਹਨੂੰ ਸਤਿਗੁਰੂ ਮਹਾਰਾਜ ਕਹਿੰਦੇ ਦੇ ਲੰਮੀ ਨਜ਼ਰ ਨਿਹਾਲੀਏ, ਉਹ ਤੱਕ ਦ੍ਰਿਸ਼ਟੀ ਜਾ ਸਕਦਾ। ਮਹਾਰਾਜ ਕਹਿੰਦੇ ਲੇਖਾ ਹੋਏ ਤਾਂ ਲਿਖੀਐ, ਲਿਖੇ ਹੋਏ ਵਿਨਾਸ਼। ਲੇਖਾ ਗਿਣਤੀ ਲਿਖਾਂਗੇ ਨਾ ਅਸੀਂ ਕਾਈ ਦਾ ਸੈਂਕੜਾ ਹਜ਼ਾਰ ਦਾ ਜਾਂ ਲੱਖ ਕਰੋੜ ਅਰਬ ਖਰਬ ਨੀਲ ਅਸੰਖ ਤੱਕ ਲਿਖਾਂਗੇ। ਮਹਾਰਾਜ ਕਹਿੰਦੇ ਲੇਖਾ ਹੋਏ ਤਾਂ ਲਿਖੀਐ, ਜੇ ਲਿਖ ਨਹੀਂ ਗਿਣ ਸਕੋਗੇ। ਹੁਣ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਫਿਰ ਉਹਨੇ ਕਿਹਾ ਕੀ ਤੁਸੀਂ ਦਿਖਾ ਸਕਦੇ ਹੋ ਗੁਰੂ ਨਾਨਕ ਦੇਵ ਮਹਾਰਾਜ ਨੂੰ?
पताल ते आकाश लखां होणगे। सतगुरु महाराज कहते हाँ दिखा ते सकदा पर तेनू नहीं दिखावांगा, तेरे पुत्र नू दिखावांगा। देखो उनके किन्ने चंगे भाग होणगे। सारी उम्र जिहड़ी सी बंदगी दस्तगीर करदा है, ते जे किरपा होण लगी ते पुत्र दित्ते हुंदी पई आ। असीं सतगुर दी हजूरी विच आउणे आ ना, असीं फिर यही आखदे आ कि महाराज किरपा करियो। ये तो नहीं ना दावा करते कि अज मैं सुखमनी साहिब 5 करके आया, महाराज मेरा हक बनता है। दावे दाजन होत है, निर्दावे रहे निसंक। किरपा दे विचों दातां मिलदियां ने, दावियां दे नाल कुछ नहीं मिलदा। और देखो किरपा उनके उत्ते हुई, सतगुरु महाराज ने फिर एक छिन, कहते ने एक छिन लाया अख झमकन दे समय जिन्ना महाराज गुरु नानक देव जी फिर उन्होंने लखां पताल ते लखां आकाश दिखा के लैके आए। दूसरी बेनती आ जी, कई बारी बंदा तरदा कि स्पेस लिखिया जा सके। एक पेन जिहड़ा सी वो साइंस विज्ञान ने पेन बनाया ते उहदे वास्ते अरबां डॉलर जिहड़े सी उहदी कीमत लगी। अरबां डॉलर ला के एक पेंसिल बनाई गई। वो पेंसिल बनाई गई जिहड़ी स्पेस दे विच भी जाके चल सके, क्योंकि उत्थों दी गुणवत्ता जिहड़ी है वो वखरी आ। किवें दा होवे, वो किवें दी उहदी काढ़ तो बनाई जावे। डॉलर खर्च के एक पेन बनाया गया, फिर वो जाके किते स्पेस दे विच काम कीता उहने। पर जिहड़ा स्पेस है, सतगुरु महाराज कहते ने जदों तुसीं धर्म दी यात्रा करोगे तुसीं समय नूं रोक सकदे हो, समा रुक जांदा। एक छे जिंदियां होए तां लिखिए लिखे होए विनाश, नानक वड्डा आखिए आपे जाने आप। असीं किन्ना वड्डियाई दे सकदे इहनूं। महाराज कहते असीं नहीं आख सकदे कि वो किन्ना वड्डा। महाराज कहते वड्डा आखिए, नानक आखदा है कि वड्डा आखिए, पर वो किन्ना वड्डा है। सच्चे पातशाह महाराज कहते आपे जाने आप, वो आप ही जानता है। अगे महाराज इनू दसणगे कि किवें। अगे महाराज कहते ने सालाही सालाहे। महाराज कहते सिफत सलाह करो। किंदी सालाहे, जिहड़ा सलाहन दे योग आ। हुण किसी बंदे दे विच कोई गुण हुंदा है ते असीं उहदे गुण दसदे आ जी, फलाने दे विच आ गुण हैन। सतगुरु महाराज कहते जिहड़ा सिफत सलाह करन दे योग है, जिंदी सिफत सलाह कीतियां। ये भी सच्ची गल है जी कि असीं कई बारी सोचते हैं कि रब नूं लोड़ है कि मेरी सिफत करो। रब चाहुंदा है? नहीं, रब नहीं जी चाहुंदा कि उहदी असीं सिफत करिए जां ना करिए, उहनूं कोई फर्क नहीं जी पएगा। सिफत सलाह करन तो भाव यह हुंदा है कि जिहड़ा सिफत सलाह करदा है उहदे अपने मन दी मैल लथनी शुरू हुंदी आ। जो जो सिफत करेगा त्यों त्यों उनके मन की मैल उतरेगी। कहते सालाही, सलाही नहीं कहना, सस्से नूं करना लग्या है। सालाही सालाहे एती सुरत न पाइया। महाराज पातशाह कहते हैं कि फिर भी असी अपनी सुरती दे नाल ये बयान नहीं कर सकते, पर फिर भी करनी है। सच्चे पातशाह कहते मिल के बोल के लैने ते जां मिल के लैने, चौथा कोई तरीका नहीं। रब नूं ना ते असीं उनदी वडियाई गुणां नूं गिन सकदे आ, ना उनदी महिमा दा असीं अंत पा सकदे आ मिल के, ना उनदी रहमतां नूं असीं तोल सकदे। तीन महाराज वाह वाह बानी धन है, बानी नूं धन किया गया। वाह वाह निरंकार परमात्मा की वडियाई की गई। पर इत्थे वाह दा जिहड़ा अर्थ है वो बख्शिश किरपा नहीं, इत्थे वाह दा अर्थ है वाहड़े। जिवें नदियां एक ने वाहड़े, जिवें नहरां निकलियां, सहधारां निकलियां। महाराज कहते ने पवहे समुंदर ना जानी है, जानी नहीं जानी है। पहलों आए समुंदर जाके पैंदे है ना। बहुते दरिया जिहड़े ने वो जदों चलते ने, पानी उन्हों का सफर करता है तो वख-वख दरियावां च मिलते मिलते जिहड़े ने वो समुंदर दे विच जाके पै जांदे। हुण सतगुरु महाराज कहते ने एक तां इह गल कि जिन्नियां नदियां दा पानी समुंदरां दे विच डिग्गीता जा रहा, पर अज तक होया कि समुंदर क्या होवे कि मैं भर गया। सतगुरु महाराज कहते दूसरी गल कि जिहड़े नदियां ते वाहड़े ने, महाराज सच्चे पातशाह कहते ने ये जो समुंदर के कोल जाके देखोगे, पूछोगे कि समुंदर दे विच गंगा कित्थे, तुहानूं नहीं लभेगी।
ਸਮੁੰਦਰ ਦੇ ਵਿੱਚ ਥੇਮਸ ਦਰਿਆ ਨਹੀਂ ਲੱਭੇਗਾ, ਨੀਲ ਨਹੀਂ ਲੱਭੇਗਾ, ਬ੍ਰਹਮਪੁੱਤਰ ਨਹੀਂ ਲੱਭੇਗਾ। ਰੱਬ ਦਾ ਅੰਤ ਨਹੀਂ ਪਾ ਸਕਦੇ, ਕਿਵੇਂ ਦਾ ਅੰਤ ਨਹੀਂ ਪਾ ਸਕਦੇ। ਇੱਕ ਬੜੀ ਪਿਆਰੀ ਸਾਖੀ ਆ ਕਿ ਸ਼ਮਸ ਤਬਰੇਜ਼ ਜਿਹੜਾ ਸੀ ਉਹ ਤੁਰਿਆ ਜਾ ਰਿਹਾ ਤੇ ਇੱਕ ਬੱਚਾ ਸਮੁੰਦਰ ਦੇ ਕੰਢੇ ਤੇ ਨਾ ਰੋਂਦਾ ਪਿਆ ਹੈ। ਉਹਨੇ ਪੁੱਛਿਆ, ਬੇਟਾ ਤੂੰ? ਉਹ ਕਹਿੰਦਾ ਜੀ ਮੈਨੂੰ ਕਿਹਾ ਤੂੰ ਚਲਾ ਕੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਹੈ। ਉਹਨੇ ਪੁੱਛਿਆ, ਕਹਿਣ ਲੱਗਾ ਪਹਿਲਾਂ ਤੂੰ ਰੋਂਦਾ ਸੀ ਕਿ ਕੁੱਜਾ ਚਾਹੀਦਾ ਹੈ, ਜੇ ਮਿਲਿਆ ਵੀ ਹੈ ਤੇ ਉਹਨੂੰ ਤੂੰ ਸਮੁੰਦਰ ਦੇ ਵਿੱਚ ਸੁੱਟ ਦਿੱਤਾ, ਤੂੰ ਤੇ ਰੋਂਦਾ ਪਿਆ ਸੀ ਨਾ। ਉਹ ਕਹਿੰਦਾ ਅਸਲ ਦੇ ਵਿੱਚ ਨਾ ਮੈਂ ਕੁੱਜੇ ਚ ਸਮੁੰਦਰ ਪਾਉਣਾ ਚਾਹੁੰਦਾ ਸੀ। ਇਹ ਅਸੀਂ ਜੇ ਸਾਰੀ ਜ਼ਿੰਦਗੀ ਯਤਨ ਕਰੀਏ ਕਿੰਨੀ ਹੋਵੇ। ਮਹਾਰਾਜ ਕਹਿੰਦੇ ਕੋਟ ਕੋਟੀ ਮੇਰੀ ਆਰਜਾ ਪਾਉਣ ਪੀਰ ਅਪਿਆਓ, ਚੰਦ ਸੂਰਜ ਤੋਂ ਗੁਫੇ ਨਾ ਦੇਖਾਂ, ਸੁਪਨੇ ਸੌ ਨਾ ਥਾਓ, ਪੀਰ ਤੇਰੀ ਕੀਮਤ ਨਾ ਪਵੇ, ਹੋ ਕੇਵੜ ਆਖਾਂ ਨਾਉ। ਮਹਾਰਾਜ ਕਹਿੰਦੇ ਉਮਰਾਂ ਬਹੁਤ ਲੰਮੀਆਂ ਹੋਣ, ਇੰਨਾ ਕੁ ਤਪ ਕਰੇ ਕਿ ਸੂਰਜ ਦਿਮਾਗ ਹੀ ਨਾ ਵੇਖਿਆ ਹੋਵੇ, ਸਮਾਧੀ ਨਾ ਬ੍ਰਹਮ ਭਾਲਨ ਸ੍ਰਿਸ਼ਟ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ ਆ। ਕਹਿੰਦੇ ਉਹਨੇ ਅਸ਼ੀਰਵਾਦ ਲਿਆ, ਅੱਗੋਂ ਵਿਸ਼ਨੂੰ ਨੇ ਵੀ ਅਸੀਸ ਦਿੱਤੀ ਕਿ ਹਾਂ ਤੂੰ ਲੱਭੇ ਮੇਰੀ ਅਸੀਸਾਂ, ਮੇਰੀਆਂ ਸ਼ੁਭ ਕਾਮਨਾ ਤੇਰੇ ਨਾਲ ਲੱਭ ਜਾ ਕੇ। ਬ੍ਰਹਮਾ ਗਿਆ, ਉਹਨੇ ਕਈ ਯੁੱਗ ਲਾ ਦਿੱਤੇ ਕਿ ਮੈਂ ਸ੍ਰਿਸ਼ਟੀ ਬਹੁਤ ਵੱਡਾ ਰਾਜ ਭਾਗ ਹੋਵੇ, ਪਹਾੜ ਜਿੰਨਾ ਰਾਜ ਹੋਵੇ ਹੁੰਦਾ। ਸਤਿਗੁਰੂ ਮਹਾਰਾਜ ਕਹਿੰਦੇ ਗਿਰਹਾ ਸੇਤੀ ਮਾਲ ਧਨ, ਕਿ ਧਨ ਇੰਨਾ ਕੁ ਜਿੰਨਾ ਕੁ ਕੁਬੇਰ ਦੇ ਕੋਲ ਹੈ, ਜਿੰਨਾ ਇੰਦਰ ਦੇ ਕੋਲ ਹੈ, ਮਹਾਰਾਜ ਦੇ ਬਰਾਬਰ ਵੀ ਨਹੀਂ ਆ। ਅੱਗੇ ਸਤਿਗੁਰੂ ਮਹਾਰਾਜ ਪੌੜੀ ਦੀ ਆਰੰਭਤਾ ਕਰਨ ਲੱਗੇ ਨੇ। ਮਹਾਰਾਜ ਕਹਿੰਦੇ ਨੇ ਅੰਤ ਨਾ ਸਿਰਤੀ ਕਹਿਣ ਨਾ ਅੰਤ, ਨਾ ਮੁਕਤਾ ਹੈ ਕੋਈ ਇਹਦੇ ਨਾਲ ਲਗਾ। ਜੇ ਤੂੰ ਕਹੇ ਕਿ ਅਸੀਂ ਵੇਖਦੇ ਆ ਰੱਬ ਨੂੰ ਦੇਖ ਲਵਾਂਗੇ, ਮਹਾਰਾਜ ਕਹਿੰਦੇ ਨੇ ਇਹ ਉਹਦੀ ਕੁਦਰਤ ਨੂੰ ਦੇਖ ਲੈਣ ਤੇ ਇਹੀ ਬਹੁਤ ਹੈ। ਸੁਣਨ ਨਾ ਅੰਤ, ਮਹਾਰਾਜ ਕਹਿੰਦੇ ਕੋਈ ਐਸੀ ਤਾਕਤ ਨਹੀਂ ਸਾਡੇ ਕੋਲ ਕਿ ਉਹਨੂੰ ਅਸੀਂ ਸੰਪੂਰਨ ਤੌਰ ਤੇ ਸੁਣ ਸਕੀਏ। ਮਹਾਰਾਜ ਕਹਿੰਦੇ ਕਿਆ ਮਨ ਮੰਤ, ਉਹਦੇ ਮਨ ਦੀ ਉਹੀ ਜਾਣਦਾ ਹੈ, ਹੋਰ ਕੋਈ ਨਹੀਂ ਜਾਣਦਾ। ਅੰਤ ਨਾ ਜਾਪੈ ਕੀਤਾ ਆਕਾਰ, ਫਿਰ ਇੱਥੇ ਆਕਾਰ ਹੈ, ਆਕਾਰ ਨਹੀਂ। ਕਿ ਰੱਬ ਨੇ ਜੋ ਕੁਝ ਬਣਾਇਆ ਹੁਕਮੀ ਹੋਵਨ ਆਕਾਰ, ਜਾਂ ਕੀਤਾ ਉਸਾਰਲਾ ਬੰਨਾ ਨਹੀਂ ਪਾ ਸਕਦਾ। ਕਿਤੇ ਬਿਲ ਲਾਹੇ, ਮਹਾਰਾਜ ਕਹਿੰਦੇ ਉਹਦਾ ਰੱਬ ਦਾ ਅੰਤਲਾ ਬੰਨਾ ਲੱਭਣ ਵਾਸਤੇ ਬਹੁਤ ਸਾਰੇ ਸਨ ਜਿਨ੍ਹਾਂ ਨੇ ਯਤਨ ਕੀਤਾ ਕਿ ਅਸੀਂ ਪਾਰਲਾ ਬੰਨਾ ਲੱਭ ਸਕੀਏ। ਮਹਾਰਾਜ ਕਹਿੰਦੇ ਉਹ ਨਹੀਂ ਲੱਭ ਸਕੇ ਤਾਂ ਕਿ ਅੰਤ ਨਾ ਪਾਏ ਜਾਹੇ, ਨਹੀਂ ਜਾਣ ਸਕਦਾ ਨਾ ਜਾਣੇ ਕੋਈ, ਕੋਈ ਨਹੀਂ ਜਾਣਦਾ। ਬਹੁਤਾ ਕਹੀਏ ਬਹੁਤਾ ਹੋਏ। ਮਹਾਰਾਜ ਕਹਿੰਦੇ ਜਿੰਨਾ ਵਡਿਆਈ ਜਾਓ, ਜਿੰਨਾ ਲੱਭੀ ਜਾਓ। ਸਾਇੰਸ ਇਹੀ ਆ ਨਾ ਜੀ, ਸਾਇੰਸ ਨੇ ਪਦਾਰਥ ਜਦੋਂ ਲੱਭਣਾ ਸ਼ੁਰੂ ਕੀਤਾ, ਉਹ ਪਦਾਰਥ ਨੂੰ ਤੋੜਦੀ ਜਾਂਦੀ ਆ, ਤੋੜਦਿਆਂ ਤੋੜਦਿਆਂ ਲਾਸਟ ਦੇ ਉੱਤੇ ਜੋ ਪਰਮਾਣੂ ਅਣੂ ਰਹਿ ਜਾਂਦਾ, ਅਖੀਰਲਾ ਅਣੂ ਪਰਮਾਣੂ ਖੋਜ ਬਾਅਦ ਵਿੱਚ ਜੇ ਬੰਦਾ ਕੱਲਾ ਉਹਦੀ ਕੁਦਰਤ ਦੀ ਖੋਜ ਕਰ ਲੇ। ਤੁਸੀਂ ਦੇਖੋ ਖਬਰਾਂ ਸੁਣਦੇ ਪੜਦੇ ਆ ਕਿ ਵਿਗਿਆਨ ਨੇ ਖੋਜ ਕਰਦੇ ਕਰਦੇ ਇੱਕ ਨਵਾਂ ਗ੍ਰਹਿ ਲੱਭ ਲਿਆ। ਪਹਿਲਾਂ ਅੱਖਾਂ ਦੀਆਂ ਉਂਗਲਾਂ ਮੁੰਦਰੀਆਂ, ਉਹਦੇ ਵਿੱਚ ਨਗ ਜਿਹੜੇ ਪਾਏ ਜਾਂਦੇ ਸੀ ਉਹੀ ਸੀ ਨਾ ਕਿ ਆ ਜੀ ਬੁੱਧ ਦਾ ਨਗ ਆ ਜੀ, ਆ ਮੰਗਲ ਦਾ ਆ, ਫਲਾਣੇ ਦਾ, ਢਿੰਗੜੇ ਦਾ, ਹੈ ਨਾ ਜੀ। ਫਿਰ ਬੰਦਾ ਰਾਸ਼ੀਆਂ ਗਿਣੀ ਜਾਂਦਾ ਸੀ। ਸੱਚ ਕਰਕੇ ਜਾਣੋ, ਇੱਕ ਸਮੇਂ ਦਾ ਭਗਵਾਨ ਹੈ ਤੇ ਇੱਕ ਸਮੇਂ ਦਾ ਸ਼ੈਤਾਨ ਕਹਿ ਦਿੱਤਾ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਬੰਦਾ ਸੋਚਦਾ ਪਿਆ ਹੈ ਕਿ ਮੈਂ ਕੁਦਰਤ ਨੂੰ ਆਪਣੇ ਹੱਥਾਂ ਵਿੱਚ ਕਰ ਸਕਦਾ ਹੈ, ਔਰ ਕਈ ਵਾਰੀ ਯਤਨ ਕਰਦੇ ਆ ਤੇ ਕੁਦਰਤ ਉਲਟ ਹੋ ਜਾਂਦੀ ਜੇ। ਔਰ ਸਾਡੇ ਵਿੱਚ ਮੁਸ਼ਕਲ ਇਹ ਬਣ ਗਈ ਆ ਕਿ ਅਸੀਂ ਗੁਰਮਤਿ ਨੂੰ ਪੜ੍ਹਦੇ ਜ਼ਰੂਰ ਆ, ਮੰਨਦੇ ਕੋਈ ਨਹੀਂ ਆ। ਅਸੀਂ ਸਵੇਰੇ ਗੁਰਬਾਣੀ ਦਾ ਕੀਰਤਨ ਵੀ ਸੁਣ ਲੈਂਦੇ ਆ, ਕਥਾ ਵੀ ਸੁਣ ਲੈਂਦੇ ਆ, ਫਿਰ ਅਸੀਂ ਰਾਸ਼ੀਆਂ ਵੀ ਸੁਣ ਲੱਗ ਪੈਂਦੇ ਕਿ ਅੱਜ ਹੋਏਗਾ ਕੀ ਸਾਡੇ ਨਾਲ। ਤੇ ਉਹ 8-10 ਹੀ ਹੁੰਦੀਆਂ ਨੇ ਨਾ, ਤਾਂ ਸਾਰਿਆਂ ਨੂੰ ਉਹੀ ਸੁਣਾਉਂਦੇ ਆ ਕਿ ਫਲਾਨੀ ਵਾਰ ਸੁਣ ਲਿਆ ਕਿ ਉਹ ਪੰਡਤ ਨੇ ਕਹਿ ਦਿੱਤਾ ਕਿ ਅੱਜ ਬੁਰਾ ਹੋਣਾ ਹੈ, ਉਹ ਵਿਚਾਰਾ ਮੰਜੇ ਤੋਂ ਹੀ ਨਹੀਂ ਉੱਠਦਾ ਸਾਰਾ ਦਿਨ, ਪਤਾ ਨਹੀਂ ਅੱਜ ਕੀ ਹੋ ਜਾਣਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਕਰਤਾ ਹੈ, ਉਹ ਕੁਦਰਤ, ਤੇ ਉਹਦੀ ਕੁਦਰਤ ਨੂੰ ਕੋਈ ਜਾਣ ਨਹੀਂ ਸਕਦਾ, ਅੰਤ ਨਹੀਂ ਪਾ ਸਕਦਾ। ਆ ਗ੍ਰਹਿ ਤਾਰੇ ਸਿਤਾਰੇ, ਸਤਿਗੁਰੂ ਮਹਾਰਾਜ ਜੀ ਦਾ ਇੱਕ ਬੜਾ ਪਿਆਰਾ ਬਚਨ ਆ ਜੀ। ਮਹਾਰਾਜ ਪਾਤਸ਼ਾਹ ਕਹਿੰਦੇ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ।
कोई लाग ना सके बिन हक जो उनकी देन है जी, वो साडे कर्मां दे अनुसार जो कुछ असीं बीजदे पए आ वो वड्डदे पए आ। महाराज कहंदे दद्दा दोष ना दिओ किसे, दोष कर्मा अपने जो मैं सो मैं पाया दोष न दीजिए। और जना क्यों कही जाना कि गुआंढी करके दुखी है, दुखी तो अपने कर्मां दे करके आ। ईसाईयत ये गल आखदी आ, बच्चे उन्हां दे क्यों ईसाई धर्म तो भजे ने। अज बहुते तुसीं इन्हां मुल्कां 'च देखोगे कि ईसाइयां दे बच्चे जिहड़े ने ना गल नहीं मनदे। ये जरूर हो सकता है कि पिता ने कुछ पैसे कमाए, वो जायदाद पुत्र नूं मिले, पर जो पिता ने जो कर्म किए उन्हां कर्मां दा फल पुत्रां नूं नहीं मिल सकदी। पर ईसाईयत कहंदी है कि नहीं, माता पिता दे कीते कर्मां दा फल बच्चियां नूं भोगना पैंदा है। इस करके वो विरोधी हो गए। सतगुरु महाराज कहंदे ये तां आपे बीज आपे ही खाहे नानक हुक्मी। महाराज कहंदे आपे बीज आपे ही खाहो नानक हुक्मी। आवो होता हुए जिन्ना उन्हों आखी जाओगे वो ਹੁੰਦਾ ਜਾਂਦਾ है, जिन्ना लभी जाओगे लभदियां। एक बहुत प्यारे बचन अदीब दे कहंदा, सरहदे अकल से गुजरे तो पहुंचे। अज जो अकल दी असीं जो कुछ लभ्या सी ये कुछ भी नहीं सी, तू बहुत वड्डा। फिर कहंदे जाके किते रब दे दर ते आसन जिहड़ा है वो भी बहुत वड्डा है। हुण महाराज कहंदे हुण वड्डे नूं जानन वास्ते तो वड्डा होना पएगा ना। ਉੱਚੇ ਉੱਪਰ ਉੱਚਾ नाम वो आप वड्डा, उनका थां वड्डा ते उनका नाम जिहड़ा है उस तो भी ਉੱਚਾ है। हुण सतगुरु महाराज कहंदे तिस ऊंचा को जान। महाराज कहंदे सोए कौन जानेगा, इस ऊंचे को जाने सोए। जेवड़ एवड़ ऊंचा होवे कोई, तिस ऊंचे को जाने सोए। जिन्ना परमात्मा दा नाम ऊंचा, वाहिगुरू जी उनका थां ऊंचा, उनका नाम ऊंचा। पर महाराज आसमान दे विच उड़दा, वो धरती ते कदी नहीं आया, आसमान 'च रहिंदा है, धरती ते नहीं आउंदा। इत्थों तक के वो जदों क्योंकि पंछी जिहड़ी जात है इहदे विच बच्चे आंडिਆਂ 'ਚ निकलदे ने, कहंदे वो आंडा भी जदों दिंदा है हवा 'ਚ उड़दियां होया दिंदा है, ते उनदा आंडा धरती ते आउण तो पहलों टुट जांदा है, उनदे विचों बच्चा निकलदा है ते उनदा धरती ते नहीं आउंदा। कहंदे किसी सिख नूं कुछ खंभ मिले, वो महाराज जी दे कोल लैके आया, गुरु गोबिंद सिंह महाराज जी दे कोल। सतगुरु महाराज जी ने वो खंभ जिहड़ा सी वो तीर दे नाल बन्निया ते महाराज ने तीर चलाया। महाराज ने जो तीर दे विच वजया वो एकदम डरिया ते डर के उन्हें कहंदा वाह करामात। सतगुरु महाराज ने एक होर तीर चिट्ठी नाल बन्नी, महाराज ने होर तीर चलाया, वो भी पावे जाके वजया। महाराज सतगुरु महाराज एडे वड्डे तीर अंदाज ने 250 किलो वेट जिहड़ा है कोई इक्के बार नाल चुक सकदा होवे। गुरु गोबिंद सिंह महाराज जी की कमान इन्नी जोर ला के खिंचनी पैंदी सी कि 250 किलो भार जिवें कोई। महाराज इहदा की भाव सतगुरु महाराज कहंदे ने शब्द जिहड़ा है वो निरंकार दे देश तो आया है, तुर की बाणी आई। ते महाराज कहंदे जेड़ा शब्द नूं जपेगा उनदी सुरत नूं सतगुरु महाराज दा शब्द जिहड़ा है वो निरंकार दे देश विच लैके चले जाएगा। सतगुरु महाराज कहंदे वाह वाह बाणी निरंकार है, निरंकार दा शब्द है, निरंकार दी बाणी। जेड़ा शब्द नूं जपेगा ये बाणी जिहड़ी है वो निरंकार दे कोल लैके चले जाए। बाणी दे विचों होर थां ते भी दर्शन जदों करिए ना, उत्थे सतगुरु महाराज कर्म के विछड़े कर किरपा मिलो राम। किरत करके असीं विछड़े हां ते किरपा करके मिल सकदे हां। इत्थे महाराज कहंदे ने करमी नानक नदरी करमी दात तेरी बख्शिश की निगाह मिल जाए। सच्चे पातशाह महाराज ये दात उन्होंने प्राप्त के दिनों में आपां विचारांगे जिन्ने के दिन का समा है। गुरु जपजी साहब की विचार जिहड़ी है वो संपूर्ण कर सकीए। ते दावा कोई नहीं कि जो असीं पढ़ते पे जो असीं विचारते पे यही सच है। परमात्मा की बाणी अगम है, अगाध मुद है। जिन्ना इनू विचारी जाओगे, जिन्ना इनू लभी जाओगे, जिन्ना इसनू खोजी जाओगे। गुरु वाहे गुरु वाहे गुरु
ਵਾਹਿਗੁਰੂ 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 ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਰਹਿਮਤ ਕਰਨ ਦੀ ਹੋਈਆਂ ਬੇਦ ਭੁੱਲਾਂ ਦੀ ਖਿਮਾ। ਗੁਰੂ ਕਿਰਪਾ ਕਰੇ ਸਾਡਾ ਕਦਮ ਕਦਮ ਲੇਖੇ ਵਿੱਚ ਲੱਗ ਜੇ, ਸਾਡੀ ਸੰਗਤ ਕੀਤੀ ਸਫਲਾ ਹੋਵੇ। ਸਤਿਗੁਰੂ ਮਹਾਰਾਜ ਜੀ